ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅੱਜ। ਜੇ ਮਾਰਗ ਕੇ ਗਣੇ ਜਾਹੇ ਨ ਤੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਪਹਿਲਾ ਕੋਸਾ ਹੈ। ਕੋਸੇ ਦਾ ਮਤਲਬ ਹੁੰਦਾ ਹੈ ਕੋਸਾਂ ਦੂਰ। ਅਸੀਂ ਕਹਿੰਦੇ ਉਹ ਕਈ ਕੋਸ ਦੂਰ ਹੈ ਜੀ। ਕਹਾਵਤਾਂ ਕਿਉਂਕਿ ਗੁਰਬਾਣੀ ਕਾਵ ਰਚਨਾ ਹੈ ਔਰ ਇਸ ਦੇ ਅਖਰੀ ਅਰਥਾਂ ਨੂੰ ਸਮਝ ਕੇ ਭਾਵ ਅਰਥਾਂ ਨੂੰ ਲੈਣਾ ਪਵੇਗਾ ਕਿ ਮਨ ਨੂੰ ਸੰਬੋਧਨ ਹੋ ਰਹੀ ਹੈ ਗੁਰਬਾਣੀ। ਕਹਿੰਦੇ ਨੇ ਜੇ ਮਾਰਗ ਜਿਸ ਰਸਤੇ 'ਤੇ ਗਣੇ ਜਾਏ ਨਾ, ਗਿਣਤੀ ਨਾ ਕੀਤੀ ਜਾਵੇ ਨਾ ਕੋਸਾ, ਵੀ ਕਿੰਨੀ ਕੁ ਦੂਰ ਹੈ। ਇਨਸਾਨ ਭਟਕਿਆ ਫਿਰਦਾ ਨਾ ਅੱਜ। ਇਨਸਾਨ ਕਦੀ ਉੱਧਰ ਭਟਕ ਰਿਹਾ, ਕਦੀ ਉੱਧਰ ਭਟਕ ਰਿਹਾ। ਅਤੇ ਸਤਿਗੁਰੂ ਜੀ ਨੇ ਨਾਲ ਹੀ ਵੇਖੋ ਅਗਲੀ ਪੰਕਤੀ ਲਵੋ, ਕਹਿੰਦੇ ਹਰ ਕਾ ਨਾਮ, ਪਰਮਾਤਮਾ ਦਾ ਨਾਮ। ਨਾਮ ਕੀ ਹੈ? ਪਰਮਾਤਮਾ ਦਾ ਸਿਧਾਂਤ, ਪਰਮਾਤਮਾ ਦਾ ਨਿਯਮ। ਗੋਡ ਇਜ਼ ਲੋ, ਪਰਮਾਤਮਾ ਦਾ ਕਾਨੂੰਨ। ਉਹਾਂ ਸੰਗ ਤੋਸਾ, ਤੋਸਾ ਹੁੰਦਾ ਪੋਕਟ ਮਨੀ। ਸੋ ਕਹਿੰਦੇ ਉੱਥੇ ਜਿੱਥੇ ਤੂੰ ਐਵੇਂ ਭਟਕਿਆ ਫਿਰਨਾ ਵੀ ਕਦੀ ਉੱਧਰ ਭੱਜ ਰਿਹਾ, ਕਦੀ ਉੱਧਰ ਭੱਜ ਰਿਹਾ ਕਿ ਮੈਨੂੰ ਉੱਥੋਂ ਕੁਛ ਮਿਲ ਜਾਵੇ, ਮੈਨੂੰ ਉੱਥੋਂ ਕੁਛ ਮਿਲ ਜਾਵੇ। ਸਿਰਫ ਪਰਮਾਤਮਾ ਦਾ ਸਿਧਾਂਤ ਤੇਰੇ ਵਾਸਤੇ ਜੇਬ ਖਰਚੀ ਹੈ। ਭਾਵ ਕਿ ਪਰਮਾਤਮਾ ਦੇ ਨਿਯਮ ਵਿੱਚ ਜੀਵਨ ਜਿਉ। ਆਹ ਇਹਦਾ ਜਿਹੜਾ ਮੇਨ ਭਾਵ ਅਰਥ ਹੈ। ਜੈ ਪਾਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜੇ ਪੈਂਡੇ ਜਿਸ ਰਸਤੇ 'ਤੇ ਮਹਾ ਬਹੁਤ ਜ਼ਿਆਦਾ ਅੰਧ ਅਗਿਆਨਤਾ, ਗੁਬਾਰਾ ਹਨੇਰਾ। ਕਹਿੰਦੇ ਜਿੱਥੇ ਬਹੁਤ ਜ਼ਿਆਦਾ ਅਗਿਆਨਤਾ ਦਾ ਹਨੇਰਾ ਹੈ ਜਿਸ ਰਸਤੇ 'ਤੇ, ਅੱਜ ਇਨਸਾਨ ਉੱਥੇ ਹੀ ਭੱਜ ਰਿਹਾ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਉੱਥੇ ਪ੍ਰਕਾਸ਼ ਵੀ ਹੋ ਸਕਦਾ, ਸੰਗ ਉਜਿਆਰਾ। ਪ੍ਰਕਾਸ਼ ਵੀ ਹੈ, ਚਾਨਣ ਵੀ ਹੈ, ਅਤੇ ਉਹ ਚਾਨਣ ਹੈ ਪਰਮਾਤਮਾ ਦਾ ਨਿਯਮ, ਪਰਮਾਤਮਾ ਦੇ ਗੁਣ। ਸੋ ਸਤਿਗੁਰੂ ਜੀ ਕਹਿੰਦੇ ਉੱਥੇ ਪਰਮਾਤਮਾ ਦਾ ਨਿਯਮ, ਜੋ ਪਰਮਾਤਮਾ ਦੇ ਗੁਣ ਗੁਰੂ ਨਾਨਕ ਸਾਹਿਬ ਜੀ ਨੇ ਮੁੱਖ ਆਦੇਸ਼ ਵਿੱਚ ਦਿੱਤੇ ਨੇ ਨਾ, ਉਹ ਤੇਰੇ ਵਾਸਤੇ ਉੱਥੇ ਚਾਨਣ ਨੇ, ਪ੍ਰਕਾਸ਼ ਨੇ। ਜਿੱਥੇ ਅਗਿਆਨਤਾ ਦਾ ਹਨੇਰਾ ਹੈ ਉੱਥੇ ਤੂੰ ਬਚ ਸਕਦਾ ਉਹ ਮਾੜੀਆਂ ਬਿਰਤੀਆਂ ਤੋਂ। ਮਾੜੀਆਂ ਬਿਰਤੀਆਂ ਤੋਂ ਇਨਸਾਨ ਉੱਚਾ ਉੱਠ ਸਕਦਾ। ਆਪਣੀਆਂ ਬਣਾਈਆਂ ਹੋਈਆਂ ਬਿਰਤੀਆਂ ਦਾ ਤਿਆਗ ਕਰਕੇ ਕਿਤੇ ਗੁਰੂ ਦੇ ਗਿਆਨ ਨੂੰ ਸਮਝਣਾ ਕਰ ਲਈਏ। ਪਿਆਰ ਵਾਲਿਓ, ਇੱਕ ਗੁਰੂ ਦਾ ਗਿਆਨ ਹੈ ਜਿਹਦੇ ਨਾਲ ਸਿੱਖ ਸਹੀ ਮਾਇਨਿਆਂ ਵਿੱਚ ਜੀਵਨ ਨੂੰ ਜਿਉ ਸਕਦਾ ਹੈ। ਜਹਾਂ ਪੰਥ ਤੇਰਾ ਕੋ ਨ ਸਿਜਾਨੂ, ਹਰ ਕਾ ਨਾਮ ਤੈ ਨਾਲ ਪਛਾਨੂ। ਕਹਿੰਦੇ ਜਿਸ ਰਸਤੇ 'ਤੇ ਤੇਰਾ ਕੋ ਨਾ ਸਿਜਾਨੂ, ਤੈਨੂੰ ਕੋਈ ਸਮਝ ਹੀ ਨਹੀਂ ਆ ਰਹੀ। ਕਿਉਂਕਿ ਇਨਸਾਨ ਅੱਜ ਇਸੇ ਤਰ੍ਹਾਂ ਹੀ ਭਟਕ ਰਿਹਾ ਨਾ। ਆਹ ਫਲਾਣੇ ਬਾਬੇ ਕੋਲ ਚਲੇ ਜਾਈਏ, ਮੈਨੂੰ ਉਹ ਮਿਲ ਜਾਏਗਾ, ਹਾਲਾਂਕਿ ਉਸ ਨੂੰ ਸਮਝ ਨਹੀਂ। ਕਿਉਂਕਿ ਜਾਲੂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰ, ਪਰ ਮੈਂ ਦੁਨੀਆ ਦੀਆਂ ਰੀਤਾਂ ਮਗਰ ਲੱਗ ਗਿਆ ਵਾਂ। ਮੈਨੂੰ ਫਲਾਣੇ ਨੇ ਕਿਹਾ ਕਿ ਉੱਥੇ ਬਾਬਾ ਬੜਾ ਕਰਨੀ ਵਾਲਾ, ਅਤੇ ਮੈਂ ਭੱਜ ਗਿਆ। ਅਤੇ ਸਤਿਗੁਰੂ ਜੀ ਉਹਨੂੰ ਕਹਿੰਦੇ ਨਾ ਸਿਜਾਣੂ। ਤੈਨੂੰ ਤਾਂ ਸਮਝ ਤੋਂ ਕੰਮ ਨਹੀਂ ਨਾ ਲਿਆ ਇਨਸਾਨ ਨੇ, ਆਪਣੀ ਕੋਮਨ ਸੈਂਸ ਤੋਂ ਕੰਮ ਨਹੀਂ ਲਿਆ। ਪਰ ਉਸ ਦੂਸਰੇ ਕਹੇ ਹੋਏ ਮਨੁੱਖ ਦੇ ਮਗਰ ਲੱਗ ਕੇ ਉਹ ਬਾਬੇ ਕੋਲ ਭੱਜ ਗਿਆ, ਫਿਰ ਕਿਵੇਂ ਸਮਝ ਆ ਸਕਦੀ ਹੈ। ਅਤੇ ਸਤਿਗੁਰੂ ਜੀ ਨੇ ਨਾਲ ਹੀ ਦੂਸਰੀ ਪੰਕਤੀ ਨੂੰ ਪੜ੍ਹਿਆ ਕਰੋ, ਹਰ ਕਾ ਨਾਮ, ਪਰਮਾਤਮਾ ਦਾ ਤੈ ਨਾਲ ਪਛਾਣੂ। ਪਰਮਾਤਮਾ ਦੇ ਸਿਧਾਂਤ ਵਿੱਚ ਜੇ ਇਨਸਾਨ ਸਮਝੇ, ਪਰਮਾਤਮਾ ਦੇ ਨਿਯਮ ਵਿੱਚ ਕੰਮ ਕਰੇ, ਅਤੇ ਉਸ ਨੂੰ ਸਮਝ ਮਿਲ ਸਕਦੀ ਹੈ, ਉਸ ਨੂੰ ਚੰਗੀ ਪਰਖ ਹੋ ਸਕਦੀ ਹੈ, ਚੰਗਾ ਜੀਵਨ ਮਿਲ ਸਕਦਾ ਹੈ, ਜਿਉਣ ਦਾ ਢੰਗ ਮਿਲ ਸਕਦਾ ਹੈ। ਪਿਆਰ ਵਾਲਿਓ, ਜਹ ਮਹਾ ਭਿਆਨ ਤਪਤ ਬੋ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਦੇਖੋ ਇੱਥੇ ਗੱਲ ਹੋ ਰਹੀ ਹੈ ਕਿ ਜਿੱਥੇ ਮਹਾ ਭਿਆਨ ਹੋਵੇ, ਅੱਗ ਬਹੁਤ ਅੱਗ ਜ਼ਿਆਦਾ ਸੇਕ ਹੋਵੇ, ਗਰਮੀ ਹੋਵੇ, ਅਤੇ ਅਸੀਂ ਛਾਂ ਭਾਲਦੇ ਹਾਂ ਨਾ, ਪੇੜ ਦੀ ਛਾਂ ਜਾਂ ਕੋਈ ਹੋਰ ਛਾਂ ਮਿਲ ਜਾਵੇ, ਅਤੇ ਫਿਰ ਇਨਸਾਨ ਉੱਥੇ ਤੁਰ ਤੁਰ ਕੇ ਇੱਕਦਮ ਸਾਹ ਲੈਂਦਾ, ਕਹਿੰਦਾ ਸਾਹ ਆ ਗਿਆ। ਜੇ ਥੋੜ੍ਹੀ ਦੇਰ ਹੋਰ ਮੈਨੂੰ ਛਾਂ ਨਾ ਮਿਲਦੀ, ਮੇਰਾ ਬੁਰਾ ਹਾਲ ਹੋ ਜਾਣਾ ਸੀ।
कितनियां सोहणियां डेफिनेशनां दे के सतगुरु जी एक सिख नूं कितनी उच्च कोटि की शिक्षा दे रहे हैं। सतगुरु जी कहते हैं कि ऐसी अज्ञानता के जंगल विच, अज्ञानता के जंगल विच कि तू वो बाबियां कोल भज्जा फिरदा है, तपत वो काम जिथे वो खुद तृष्णावां दी जिस मानक पै करै बेनंती सो अपने दुख भरिया। वो तो खुद तृष्णावां ते वासनावां दी अग विच भज्जा फिरदा है। ते कहते बहु काम तेरे अंदर भी तो वही वासनावां ही आउणगियां। जो बिरती नालों खुद जो जी रहा है उस बिरती नाल ही फिर तू भी जीन लग पवेगा। तृष्णावां दी अग विच वो सड़दा पिया, वासनावां दी अग विच वो सड़दा पिया, फिर तेरे अंदर भी उवें ही आ जाएगा। इसलिए गुरु ग्रंथ साहिब जी के ज्ञान ने इको गल सिख नूं समझाई कि सिखा परमात्मा के सिद्धांत नूं समझ, क्योंकि परमात्मा का सिद्धांत ही तेरे उत्ते उस ठंडी छां होवेगी जिहड़ी तैनूं विषय विकारां तो बचा लवेगी। देखो कितनी उच्च कोटि की शिक्षा दे रहे हैं। पर प्यार वालिओ असी सिर्फ आने आ, कोई कहता जी 1.5 घंटे कर दो, कोई कहता 1.25 घंटे, तो कोई इहो ਜਿਹੇ भी आते जिहड़े कहते जी 40 मिनट ही कर दो, क्योंकि असी सुखमनी साहिब जी के राही सुख प्राप्त करना चाहते हैं। क्योंकि वो बाबे ने बिरती बनाती ना, जिन्हों सतगुरु जी कहते हैं बहु तपत बहु काम, तपदा पे घूम रहा है, तपश विच घूम रहा है इंसान। और तपश उतना चिर नहीं जा सकती जितना चिर असी सुखमनी साहिब जी के सुख नूं नहीं समझ सकते कि किस सुख नूं सुख क्या है। गुरु नानक साहिब जी की सोच ने जहाँ त्रिखा मन तुझ आकर खै, त्रिखा तृष्णावां दी अग, जिथे तेरे अंदर तृष्णावां पैदा हो गई। क्योंकि बाबे ने कहा तेरे मुंडा ही होना, उन्होंने पूछे भी कुड़ी परमात्मा के सिद्धांत विच नहीं, पर अज ही हो रहे ने देश में छाती मार के वेखो मेरे घर मुंडा ही होना चाहिए। बाबे ने कहता फिक्र ना कर मुंडा ही होएगा। वो प्यार वालिओ जागो, गुरु के ज्ञान नूं समझ के ही साडे अंदर जागरता आ सकती है। तै नानक हर हर अमृत बरखै, कहते जिथे तू इन्हां तृष्णावां तो उच्चा उठेगा ना, अमृत बरखै का मतलब है तेरे अंदर जीवन का ढंग आ जाएगा, तेरे अंदर अमृत की वर्षा हो जाएगी, तेरे अंदर इतना सुकून आ जाएगा, तेरे अंदर इतना आत्मक विश्वास आ जाएगा। उस परमात्मा के सच का सिद्धांत काम करेगा, परमात्मा के सिद्धांत के अनुसार जीवन में जिवेगा, उत्थे बख्शिश ही बख्शिश है। वेखो सतगुरु जी कह रहे हैं। सो प्यार वालों अज के चौथे पद में सतगुरु जी ने बिल्कुल क्लीयर कर दिता कि सिखा इधर उधर भटकन नालों गुरु के ज्ञान नूं समझ, सुखमनी साहब पढ़ रहे हैं, सुखमनी साहब नूं ही समझ, तो तेनों सुख का आनंद प्राप्त हो जाएगा। उस सुख की पूरी परिभाषा दसी हुई है और असी उस परिभाषा नूं वेखो जो जो कर्म कांड हो रहे हैं उन्होंने कर्मा कांडां का खंडन करते हुए नाल ही नाल सतगुरु जी सानूं एक उच्ची अवस्था भी बख्श रहे, दोवें रस्ते दस रहे हैं। पर फैसला सिख के उत्ते कर दिता कि सिखा ये तू देखना है कि मैं गुरु के दसे हुए ज्ञान अनुसार जीवन जिउना या अपनी मन की बिरती वाले रस्ते ते चलना है। तो दोवां रस्तियां की चोण एक सिख ने करनी है। वाहिगुरू जी का खालसा, वाहिगुरू जी की फतेह।